ਵਾਹਿਗੁਰੂ ਸਾਹਿਬ ਜੀ। ਧੰਨ ਪਲ ਚਸਾ ਘੜੀ ਪਹਿਰ ਧੰਨ, ਧੰਨ ਥਿਤ ਸੋ ਵਾਰ ਸੁਭਾਗੇ। ਧੰਨ ਧੰਨ ਦੇਹੁ ਰਾਤ ਹੈ, ਪਖ ਮਾਹ ਰੁਤ ਸੰਮਤ ਜਾਗੇ। ਧੰਨ ਅਭੀਚ ਨਿਛਤਰ ਹੈ, ਕਾਮ ਕ੍ਰੋਧ ਅਹੰਕਾਰ ਤਿਆਗੇ। ਧੰਨ ਧੰਨ ਸੰਜੋਗ ਹੈ, 68 ਤੀਰਥ ਰਾਜ ਪਿਰਾਗੇ। ਗੁਰੂ ਦੁਆਰੇ ਆਏ ਕੈ, ਚਰਨ ਕਵਲ ਰਸ ਅੰਮ੍ਰਿਤ ਪਾਗੇ। ਗੁਰ ਉਪਦੇਸ ਅਵੇਸ ਕਰ, ਅਨ ਭੈ ਪਿਰਮ ਪਿਰੀ ਅਨੁਰਾਗੇ। ਸ਼ਬਦ ਸੁਰਤ ਲਿਵ ਸਾਧ ਸੰਗ, ਅੰਗ ਅੰਗ ਇਕ ਰੰਗ ਸਮਾਗੇ। ਰਤਨ ਮਾਲ ਕਰ ਕੱਚੇ ਧਾਗੇ, ਰਤਨ ਮਾਲ ਕਰ ਕੱਚੇ ਧਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀ ਬਾਣੀ ਦੇ ਨਾਲ ਜੁੜੀਏ। 6ਵੀਂ ਵਾਰ ਦੀ 17ਵੀਂ ਪੌੜੀ ਤੋਂ ਅੱਜ ਦੀ ਵਿਚਾਰ ਆਰੰਭ ਹੋਈ ਹੈ। ਭਾਈ ਗੁਰਦਾਸ ਸਾਹਿਬ ਜੀ 17ਵੀਂ ਪੌੜੀ ਦੇ ਵਿੱਚ ਜ਼ਿਕਰ ਕਰਦੇ ਹੈ, ਉਹ ਸਮਾਂ, ਉਹ ਪਲ, ਉਹ ਘੜੀਆਂ ਧਨ ਹਨ ਜਦੋਂ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ ਔਰ ਗੁਰੂ ਦੇ ਦਰ 'ਤੇ ਆ ਕੇ ਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਜੁੜ ਕੇ ਅੰਮ੍ਰਿਤ ਰਸ ਦਾ ਪਾਨ ਕੀਤਾ ਜਾਂਦਾ ਹੈ। ਉਹ ਸਮਾਂ, ਉਹ ਵੇਲਾ, ਉਹ ਧਨ ਹੈ, ਸੁਭਾਗਾ ਹੈ। ਸੋ ਭਾਈ ਸਾਹਿਬ ਜੀ ਇਸ ਪੌੜੀ ਦੇ ਵਿੱਚ ਜ਼ਿਕਰ ਕਰ ਰਹੇ ਹੈ, ਧੰਨ ਪਲ ਚਸਾ ਘੜੀ ਪਹਿਰ ਧੰਨ, ਧੰਨ ਥਿਤ ਸੋ ਵਾਰ ਸੁਭਾਗੇ। ਭਾਈ ਗੁਰਦਾਸ ਜੀ ਫਰਮਾਉਂਦੇ ਹੈ, ਉਹ ਪਲ ਧਨ ਹੈ, ਇਹ ਸਮੇਂ ਦੀ ਵੰਡ ਹੈ। ਪਲ, ਚਸਾ, ਘੜੀ, ਪਹਿਰ, ਛੇ ਸਵਾਸ ਦਾ ਇੱਕ ਪਲ ਹੈ। ਸੋ ਭਾਈ ਸਾਹਿਬ ਜੀ ਕਹਿੰਦੇ ਉਹ ਪਲ ਧਨ ਹੈ, ਚਸਾ ਧਨ ਹੈ, ਉਹ ਘੜੀ ਤੇ ਉਹ ਪਹਿਰ ਧਨ ਹੈ। ਤੇ ਇਸੇ ਤਰ੍ਹਾਂ ਉਹ ਥਿਤੀ ਭਾਵ ਤਰੀਕ ਅਤੇ ਉਹ ਵਾਰ, ਜਿਹੜੇ 7 ਵਾਰ ਨੇ, ਐਤਵਾਰ, ਸੋਮਵਾਰ, ਮੰਗਲਵਾਰ ਇਤਿਆਦਿ, ਉਹ ਵਾਰ ਭਾਗਾਂ ਵਾਲੇ ਹੈ।
ਜਦੋਂ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ, ਗੁਰੂ ਦੇ ਚਰਨ ਕਮਲਾਂ ਦੇ ਨਾਲ ਮਿਲ ਕੇ ਅੰਮ੍ਰਿਤ ਰਸ ਦਾ ਆਨੰਦ ਜਗਿਆਸੂ ਮਾਣਦਾ ਹੈ। ਉਹ ਪਲ ਚਸਾ ਘੜੀ ਪਹਿਰ ਧਨ ਹਨ, ਥਿਤੀ ਵਾਰ ਭਾਗਾਂ ਵਾਲੇ ਐ ਧਨ ਹਨ। ਧਨ ਧਨ ਦੇਹੁ ਰਾਤ ਹੈ, ਪਖ ਮਾਹ ਰੁੱਤ ਸੰਮਤ ਜਾਗੇ। ਦਿਨ ਵੀ ਧਨ, ਉਹ ਰਾਤ ਵੀ ਧਨ ਹੈ। ਪਖ ਮਾਹ ਰੁੱਤ ਸੰਮਤ ਜਾਗੇ। ਤੇ ਪਖ ਕਹਿੰਦੇ ਆ 15 ਦਿਨ ਦੇ ਸਮੇਂ ਨੂੰ। ਮਹੀਨੇ ਦੇ ਵਿੱਚ 2 ਪਖ ਹੁੰਦੇ ਹੈ। ਪਖ ਮਹੀਨਾ, ਰੁੱਤ ਤੇ ਸੰਮਤ ਸਾਲ ਜਾਗੇ, ਉਹ ਸ੍ਰੇਸ਼ਟ ਹਨ। ਜਾਗੇ ਦਾ ਭਾਵ ਸ੍ਰੇਸ਼ਟ। ਦਿਨ ਰਾਤ ਧਨ ਹਨ, ਪਖ ਮਹੀਨੇ ਰੁੱਤ ਤੇ ਸਾਲ ਉਹ ਧਨਤਾ ਦੇ ਯੋਗ ਹਨ ਤੇ ਸ੍ਰੇਸ਼ਟ ਹਨ। ਧਨ ਅਭੀਚ ਨਿਛਤਰ ਹੈ, ਕਾਮ ਕ੍ਰੋਧ ਅਹੰਕਾਰ ਤਿਆਗੇ। ਅਭੀਚ ਇੱਕ ਨਛੱਤਰ ਦਾ ਨਾਂ ਹੈ। ਅਭਜਿਤ ਨਛੱਤਰ ਵੀ ਇਸ ਨੂੰ ਕਹਿੰਦੇ ਹੈ। ਭਾਈ ਗੁਰਦਾਸ ਜੀ ਕਹਿੰਦੇ ਉਹ ਅਭਜਿਤ ਨਛੱਤਰ ਜਿਹੜਾ ਹੈ ਧਨ ਹੈ, ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਜਿਹੜੇ ਵਿਕਾਰ ਨੇ ਨਾ, ਵਿਕਾਰ ਤਿਆਗ ਦਿੱਤੇ। ਉੱਤੇ ਜਿੰਨੇ ਵੀ ਗਿਣੇ ਨੇ ਨਾ, ਪਲ ਚਸਾ ਘੜੀ ਪਹਿਰ ਔਰ ਇਸੇ ਤਰ੍ਹਾਂ ਥਿਤ ਵਾਰ ਮਹੀਨੇ ਪਖ ਰੁੱਤ ਸਾਲ ਅਭਜਿਤ ਨਛੱਤਰ, ਇਹ ਸਾਰੇ ਹੀ ਧਨ ਨੇ ਜਦੋਂ ਜਗਿਆਸੂ ਨੇ ਕਾਮ ਕ੍ਰੋਧ ਹੰਕਾਰ ਨੂੰ ਛੱਡਿਆ। ਜਦੋਂ ਇਹਨਾਂ ਤੋਂ ਵਿਕਾਰਾਂ ਤੋਂ ਖਹਿੜਾ ਛੁੱਟਿਆ, ਜਿਸ ਸਮੇਂ ਖਹਿੜਾ ਛੁੱਟਿਆ ਕਹਿੰਦੇ ਉਹ ਸਮਾਂ ਧਨ। ਨਹੀਂ ਤਾਂ ਮਰਦੇ ਦਮ ਤੱਕ ਬੰਦੇ ਦਾ ਇਹਨਾਂ ਵਿਕਾਰਾਂ ਤੋਂ ਖਹਿੜਾ ਨਹੀਂ ਛੁੱਟਦਾ। ਧਨ ਧਨ ਸੰਜੋਗ ਹੈ, 68 ਤੀਰਥ ਰਾਜ ਪਿਰਾਗੇ। ਧਨ ਧਨ ਸੰਜੋਗ ਹੈ, ਉਹ ਸੰਜੋਗ ਧਨ ਧਨ ਹੈ। ਉਸ ਮਿਲਾਪ ਨੂੰ, ਸੰਜੋਗ ਦਾ ਅਰਥ ਹੁੰਦਾ ਮੇਲ ਮਿਲਾਪ, ਉਹ ਮਿਲਾਪ ਧਨ ਹੈ। ਜਦ 68 ਤੀਰਥਾਂ ਦਾ ਰਾਜਾ ਪ੍ਰਯਾਗ ਰੂਪ ਗੁਰੂ ਤੀਰਥ ਮਿਲਦਾ ਹੈ। ਸਤਿਗੁਰੂ ਜੀ ਸਭ ਤੋਂ ਵੱਡੇ ਤੀਰਥ ਹਨ। 68 ਤੀਰਥਾਂ ਦਾ ਰਾਜਾ ਜੋ ਪ੍ਰਯਾਗ ਰਾਜ ਹੈ, ਉਹ ਕੀ ਹੈ? ਗੁਰੂ। ਗੁਰੂ ਰੂਪ ਪ੍ਰਯਾਗ ਰਾਜ ਰਾਜਾ ਤੀਰਥ ਜਦੋਂ ਮਿਲਦਾ ਹੈ, ਉਹ ਸੰਜੋਗ, ਉਹ ਮਿਲਾਪ ਧਨ ਧਨ ਹੈ। ਭਾਵ ਅਰਥ ਹੈ ਗੁਰੂ ਦੇ ਨਾਲ ਜਦੋਂ ਮਿਲਾਪ ਹੁੰਦਾ ਨਾ, ਉਹ ਮਿਲਾਪ ਧਨ ਹੈ, ਧਨ ਹੈ। ਗੁਰੂ ਦੁਆਰੇ ਆਏ ਕੈ, ਚਰਨ ਕਵਲ ਰਸ ਅੰਮ੍ਰਿਤ ਪਾਗੇ। ਗੁਰੂ ਦਾ ਸਿੱਖ ਕੀ ਕਰਦਾ ਹੈ? ਗੁਰੂ ਜੀ ਦੇ ਦਰ ਦੇ ਉੱਤੇ ਆ ਕੇ, ਗੁਰੂ ਦੇ ਦਰਬਾਰ ਦੇ ਵਿੱਚ ਆ ਕੇ ਸਤਿਗੁਰੂ ਦੇ ਚਰਨ ਕਮਲਾਂ ਦੇ ਅੰਮ੍ਰਿਤ ਰਸ ਦੇ ਵਿੱਚ ਲੀਨ ਹੁੰਦਾ ਹੈ, ਮਸਤ ਹੁੰਦਾ ਹੈ। ਤੇ ਜਦੋਂ ਗੁਰੂ ਦੇ ਦਰ 'ਤੇ ਆ ਕੇ ਗੁਰੂ ਦੇ ਚਰਨਾਂ ਕਮਲਾਂ ਦੇ ਅੰਮ੍ਰਿਤ ਰਸ ਦੇ ਵਿੱਚ ਮਸਤ ਹੁੰਦਾ ਹੈ, ਉਹ ਸਮਾਂ ਧਨ ਹੈ, ਧਨਤਾ ਯੋਗ ਹੈ। ਗੁਰ ਉਪਦੇਸ ਅਵੇਸ ਕਰ, ਅਨਭੈ ਪਿਰਮ ਪਿਰੀ ਅਨੁਰਾਗੇ। ਗੁਰ ਉਪਦੇਸ ਅਵੇਸ ਕਰ, ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਫਿਰ ਜਿਹੜਾ ਸਿੱਖ ਹੈ ਨਾ, ਅਨਭੈ, ਉਹਦਾ ਅਨੁਭਵ ਜਿਹੜਾ ਹੈ ਖੁੱਲ੍ਹ ਜਾਂਦਾ ਹੈ। ਅਨੁਭਵ ਇੱਕ ਤਾਂ ਹੁੰਦਾ ਹੈ ਕਿ ਜਿਵੇਂ ਕਿਸੇ ਨੇ ਕੋਈ ਵੇਖ ਕੇ ਫਲ ਦੱਸਦਾ ਹੈ ਕਿ ਇਹ ਫਲ ਮਿੱਠਾ ਹੋਵੇਗਾ, ਪਰ ਇਹ ਦੂਜਾ ਬੰਦਾ ਉਹਨੂੰ ਚੱਖ ਕੇ ਖਾ ਕੇ ਦੱਸਦਾ ਹੈ ਕਿ ਇਹਦੇ ਵਿੱਚ ਮਿਠਾਸ ਹੈ। ਸੋ ਇਸੇ ਤਰ੍ਹਾਂ
ਅਨੁਭਵ ਦੇ ਵਿੱਚ ਤੇ ਜਾਣਨ ਦੇ ਵਿੱਚ ਫਰਕ ਹੁੰਦਾ ਹੈ। ਬੰਦਾ ਕਿਤਾਬਾਂ ਨੂੰ ਪੜ੍ਹ ਕੇ ਵੀ ਜਾਣਦਾ ਹੈ ਬਹੁਤ ਕੁਝ, ਪਰ ਜਿਹੜੀਆਂ ਅਧਿਆਤਮਕ ਅਵਸਥਾਵਾਂ ਹੁੰਦੀਆਂ ਨਾ, ਉਹ ਜਿਹਨੂੰ ਅਨੁਭਵ ਹੋਇਆ ਹੋਵੇ ਉਹੀ ਪੂਰਨ ਤੌਰ 'ਤੇ ਦੱਸ ਸਕਦਾ ਹੈ। ਸੋ ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾਉਂਦਾ ਹੈ। ਅਨ ਪੈ ਪਿਰਮ ਪਿਰੀ ਅਨੁਰਾਗੇ, ਉਹਦਾ ਅਨੁਭਵ ਖੁੱਲ੍ਹਦਾ ਹੈ ਅਤੇ ਪਿਆਰੇ ਦੇ ਪ੍ਰੇਮ ਰਸ ਦੇ ਵਿੱਚ ਮਗਨ ਹੋ ਜਾਂਦਾ ਹੈ। ਸ਼ਬਦ ਸੁਰਤ ਲਿਵ ਸਾਧ ਸੰਗ, ਅੰਗ ਅੰਗ ਇੱਕ ਰੰਗ ਸਮਾਗੇ। ਸ਼ਬਦ ਦੀ ਸੁਰਤ ਦੇ ਵਿੱਚ, ਗਿਆਤ ਦੇ ਵਿੱਚ ਲਿਵ ਲਾਉਂਦਾ ਹੈ ਔਰ ਸਾਧ ਸੰਗਤ ਦੇ ਵਿੱਚ ਟਿਕਦਾ ਹੈ। ਅੰਗ ਅੰਗ ਇੱਕ ਰੰਗ ਸਮਾਗੇ, ਉਹਦੇ ਅੰਗ ਅੰਗ ਦੇ ਵਿੱਚ, ਸਰੀਰ ਦੇ ਇੱਕ ਇੱਕ ਅੰਗ ਦੇ ਵਿੱਚ ਇੱਕ ਪਰਮਾਤਮਾ ਦਾ ਪਿਆਰ ਸਮਾ ਜਾਂਦਾ ਹੈ। ਅੱਖਾਂ ਵਿੱਚ, ਕੰਨਾਂ ਵਿੱਚ, ਰਸਨਾਂ ਦੇ ਵਿੱਚ, ਸਰੀਰ ਦੇ ਇੱਕ ਇੱਕ ਅੰਗ ਦੇ ਵਿੱਚ ਵਾਹਿਗੁਰੂ ਦਾ ਪਿਆਰ ਸਮਾ ਜਾਂਦਾ ਹੈ। ਰਤਨ ਮਾਲ ਕਰ ਕੱਚੇ ਧਾਗੇ, ਅਤੇ ਫਿਰ ਉਹ ਗੁਰਸਿੱਖ ਗੁਰਮੁਖ ਪਿਆਰਾ ਕੀ ਕਰਦਾ ਹੈ? ਰਤਨ ਮਾਲ ਕਰ, ਰਤਨਾਂ ਦੀ ਮਾਲ ਕਰ ਲੈਂਦਾ ਹੈ। ਕਿਹਨੂੰ? ਕੱਚੇ ਧਾਗੇ। ਜਿਹੜਾ ਸਰੀਰ ਹੈ ਨਾ ਸਾਡਾ, ਇਸ ਸਰੀਰ ਦੇ ਵਿੱਚ ਨਾ ਸਵਾਸ ਚੱਲਦੇ ਹੈ। ਇਹ ਸਵਾਸਾਂ ਨੂੰ ਧਾਗਾ ਕਿਹਾ ਹੈ। ਜਿਵੇਂ ਮਾਲਾ ਹੁੰਦੀ ਹੈ, ਜੇ ਕੱਚਾ ਧਾਗਾ ਹੋਵੇ ਉਹ ਝੱਟ ਹੀ ਟੁੱਟ ਜਾਂਦਾ ਹੈ, ਮੋਤੀ ਬਿਖਰ ਜਾਂਦੇ ਹੈ। ਸੋ ਸਰੀਰ ਵਿੱਚ ਇਹ ਜਿਹੜੇ ਸਵਾਸ ਨੇ, ਇਹ ਕੱਚੇ ਧਾਗੇ ਦੀ ਨਿਆਈ ਹਨ, ਅਤੇ ਗੁਰੂ ਕਾ ਸਿੱਖ ਨਾਮ ਸਿਮਰਨ ਕਰਦਾ, ਸਤ ਸੰਗਤ ਕਰਦਾ, ਇਹਨਾਂ ਸਵਾਸਾਂ ਨੂੰ ਸਫਲ ਕਰ ਲੈਂਦਾ ਹੈ। ਇਹ ਰਤਨਾਂ ਦੀ ਮਾਲ ਹੈ। ਰਤਨ ਮਾਲ ਕਰ ਕੱਚੇ ਧਾਗੇ, ਕੱਚੇ ਧਾਗੇ ਸਰੀਰ ਦੇ ਸਵਾਸਾਂ ਨੂੰ ਸਿਮਰਨ ਕਰਕੇ ਅਮੋਲਕ ਬਣਾ ਲੈਂਦਾ ਹੈ, ਰਤਨਾਂ ਦੀ ਮਾਲ ਬਣਾ ਲੈਂਦਾ ਹੈ। ਭਾਵ ਇਹ ਹੈ ਵੀ ਜਿਵੇਂ ਰਤਨਾਂ ਦੀ ਮਾਲਾ ਦੀ ਕੀਮਤ ਬਹੁਤ ਹੁੰਦੀ ਹੈ, ਉੱਦਾਂ ਤਾਂ ਸਵਾਸ ਵਿਅਰਥ ਜਾਂਦੇ ਹੈ, ਪਰ ਜਿਨ੍ਹਾਂ ਸਵਾਸਾਂ ਦੇ ਨਾਲ ਉਹ ਸਿਮਰਨ ਕਰਦਾ ਹੈ, ਨਾਮ ਜਪਦਾ ਹੈ, ਉਹ ਫਿਰ ਸਫਲ ਹੋ ਜਾਂਦੇ ਨੇ। ਉਹਨਾਂ ਸਵਾਸਾਂ ਦਾ ਕੋਈ ਮੁੱਲ ਨਹੀਂ। ਉਮਰ ਉਹੀ ਵਿੱਚ ਲੇਖੇ ਦੇ, ਜੋ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜਰੇ। ਫਿਰ ਉਹ ਉਮਰ ਲੇਖੇ ਵਿੱਚ ਪੈ ਜਾਂਦੀ ਹੈ, ਜਿਹੜੀ ਮਾਲਕ ਦੀ ਯਾਦ ਦੇ ਵਿੱਚ ਲੰਘ ਜਾਂਦੀ ਹੈ। ਸੋ ਕੱਚੇ ਧਾਗੇ ਦੀ ਨਿਆਈ ਇਹ ਸਵਾਸ ਇਹਨਾਂ ਨੂੰ ਕੀਮਤੀ ਰਤਨਾਂ ਦੀ ਮਾਲਾ ਬਣਾ ਲੈਂਦਾ ਹੈ। ਭਾਵ ਸਵਾਸਾਂ ਨੂੰ ਸਿਮਰਨ ਕਰਕੇ ਸਫਲ ਬਣਾ ਲੈਂਦਾ ਹੈ। ਅਗਲੀ ਪੌੜੀ ਵਿੱਚ ਭਾਈ ਗੁਰਦਾਸ ਜੀ ਜੋ ਗ੍ਰਸਤੀ ਸਿੱਖ ਹੈ, ਦੱਸਦੇ ਹੈ ਵੀ ਉਹ ਜੀਵਨ ਮੁਕਤ ਹੈ। ਗੁਰਮੁਖ ਮਿੱਠਾ ਬੋਲਣਾ, ਜੋ ਬੋਲੇ ਸੋਈ ਜਪ ਜਾਪੈ। ਗੁਰਮੁਖ ਸਿੱਖ ਮਿੱਠਾ ਬੋਲਦਾ ਹੈ, ਕੌੜਾ ਬੋਲ ਨਹੀਂ ਕਦੇ ਵੀ ਬੋਲਦਾ। ਜੋ ਬੋਲੇ ਸੋਈ ਜਪ ਜਾਪੈ, ਜੋ ਵੀ ਉਹ ਰਸਨਾ ਤੋਂ ਬੋਲ ਬੋਲਦਾ ਹੈ, ਪਰਮਾਤਮਾ ਦਾ ਜਾਪ ਜਪਦਾ ਹੈ। ਮਤਲਬ ਉਹ ਵਾਧੂ ਨਹੀਂ ਬੋਲਦਾ, ਵਿਅਰਥ ਨਹੀਂ ਬੋਲਦਾ। ਜੋ ਬੋਲਦਾ ਹੈ ਚੰਗਾ ਬੋਲਦਾ ਹੈ, ਪਰਮਾਤਮਾ ਦਾ ਜਾਪ ਜਪਦਾ ਹੈ। ਗੁਰਮੁਖ ਅੱਖੀਂ ਵੇਖਣਾ, ਗੁਰਮੁਖ ਅੱਖੀਂ ਦੇਖਣਾ, ਬ੍ਰਹਮ ਧਿਆਨ ਧਰੈ ਆਪ ਆਪੈ। ਗੁਰਮੁਖ ਜਿਹੜਾ ਹੈ ਉਹ ਸਾਧ ਸੰਗਤ ਵਿੱਚ ਆ ਕੇ ਅੱਖਾਂ ਨਾਲ ਗੁਰੂ ਦਾ ਦਰਸ਼ਨ ਵੇਖਦਾ ਹੈ, ਬ੍ਰਹਮ ਦਾ ਧਿਆਨ ਧਰਦਾ ਹੈ, ਆਪ ਆਪੈ, ਅਤੇ ਆਪ ਆਪਣੇ ਨਿਜ ਸਰੂਪ ਦੇ ਵਿੱਚ ਲੀਨ ਹੋ ਜਾਂਦਾ ਹੈ। ਸਵੈ ਸਰੂਪ ਦੇ ਵਿੱਚ, ਆਤਮ ਸਰੂਪ ਦੇ ਵਿੱਚ ਅੰਤਰਮੁਖੀ ਬਿਰਤੀ ਕਰਕੇ ਉਹਦੇ ਵਿੱਚ ਲੀਨ ਹੋ ਜਾਂਦਾ ਹੈ।
ਬ੍ਰਹਮ ਧਿਆਨ ਧਰਦਾ ਹੈ। ਗੁਰਮੁਖ ਸੁਨਣਾ ਸੁਰਤ ਕਰ, ਪੰਚ ਸ਼ਬਦ ਗੁਰ ਸ਼ਬਦ ਆਲਾਪੈ। ਗੁਰਮੁਖ ਸੁਰਤ ਕਰਕੇ ਪੰਜ ਸ਼ਬਦਾਂ ਨੂੰ ਸੁਣਦਾ ਹੈ ਅਤੇ ਸੁਰਤ ਕਰਕੇ ਹੀ ਉਹ ਗੁਰ ਸ਼ਬਦ ਨੂੰ ਅਲਾਪਦਾ ਹੈ, ਰਸਨਾ ਤੋਂ ਗੁਰ ਸ਼ਬਦ ਨੂੰ ਬੋਲਦਾ ਹੈ ਔਰ ਸੁਰਤ ਕਰਕੇ ਵੀ ਬੋਲਦਾ ਹੈ। ਗੁਰਮੁਖ ਕਿਰਤ ਕਮਾਵਣੀ, ਨਮਸਕਾਰ ਡੰਡੌਤ ਸਿਆਪੈ। ਗੁਰਮੁਖ ਹੱਥਾਂ ਦੇ ਨਾਲ ਕਿਰਤ ਕਮਾਉਂਦਾ ਹੈ, ਧਰਮ ਦੀ ਕਮਾਈ ਕਰਦਾ ਹੈ। ਨਮਸਕਾਰ ਡੰਡੌਤ ਸਿਆਪੈ, ਤੇ ਗੁਰੂ ਦੀ ਸਿਆਪੈ ਪਛਾਣ ਕਰਕੇ ਨਮਸਕਾਰ ਕਰਦਾ ਹੈ, ਡੰਡੌਤ ਬੰਦਨਾ ਕਰਦਾ ਹੈ। ਡੰਡਵਤ ਪ੍ਰਣਾਮ, ਜਾਂ ਜਿਵੇਂ ਡੰਡਾ ਸਿੱਧਾ ਹੁੰਦਾ, ਮਨ ਵਿੱਚ ਕੋਈ ਛਲ ਕਪਟ ਨਹੀਂ ਰੱਖਦਾ, ਗੁਰੂ ਨੂੰ ਭਾਵਨਾ ਦੇ ਨਾਲ ਨਮਸਕਾਰ ਕਰਦਾ ਹੈ। ਅਤੇ ਗੁਰੂ ਨੂੰ ਨਮਸਕਾਰ ਕਰਕੇ ਸਿਆਪੈ ਆਪਣੇ ਆਪ ਦੀ ਪਛਾਣ ਕਰ ਲੈਂਦਾ ਹੈ, ਮੈਂ ਕੌਣ ਹਾਂ। ਕਿਉਂਕਿ ਇਕੱਲਾ ਨਮਸਕਾਰ ਕਰਨ ਦੇ ਨਾਲ ਨਹੀਂ ਨਾ ਗੱਲ ਬਣਦੀ। ਅਪਰਾਧੀ ਦੂਣਾ ਨਿਵੈ, ਜੋ ਹੰਤਾ ਮਿਰਗਾਹੇ, ਸੀਸ ਨਿਵਾਇਆ ਕਿਆ ਥੀਐ, ਜਾਂ ਹਿਰਦੇ ਕੁਸੁਧੇ ਜਾਹੇ। ਮਹਾਰਾਜ ਜੀ ਕਹਿੰਦੇ ਸ਼ਿਕਾਰ ਕਰਨ ਵਾਲਾ ਉਹ ਵੀ ਤਾਂ ਚੁੱਕਦਾ ਹੈ, ਪਰ ਉਹ ਸ਼ਿਕਾਰ ਕਰ ਰਿਹਾ, ਜਾਨ ਲੈ ਰਿਹਾ ਹੈ। ਸੋ ਇਸ ਲਈ ਜਿਹੜੇ ਗੁਰਮੁਖ ਨੇ ਨਾ, ਨਮਸਕਾਰ ਕਰਦੇ ਆ, ਡੰਡੌਤ ਬੰਦਨਾ ਕਰਦੇ ਹੈ, ਅਤੇ ਸਿਆਪੈ ਉਹ ਆਪਣੇ ਆਪ ਦੀ ਪਛਾਣ ਕਰ ਲੈਂਦੇ ਆ। ਗੁਰਮੁਖ ਮਾਰਗ ਚੱਲਣਾ, ਪਰ ਦੱਖਣਾ ਪੂਰਨ ਪਰਤਾਪੈ। ਗੁਰਮੁਖ ਗੁਰੂ ਦੇ ਦਰਸਾਏ ਹੋਏ ਮਾਰਗ ਦੇ ਉੱਤੇ ਚੱਲਦੇ ਹੈ, ਸਾਧ ਸੰਗਤ ਦੇ ਵਿੱਚ ਆ ਕੇ ਪੂਰਨ ਪ੍ਰਤਾਪ ਵਾਲੇ ਸਤਿਗੁਰੂ ਦੀਆਂ ਪ੍ਰਦਖਣਾ ਪਰਿਕਰਮਾ ਕਰਦੇ ਹੈ। ਗੁਰੂ ਦੀਆਂ ਪਰਿਕਰਮਾ ਕਰਨੀਆਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ, ਇਹ ਵੀ ਭਗਤੀ ਹੈ। ਤੋ ਸਿੱਖ ਭਾਵਨਾ ਦੇ ਨਾਲ ਨਮਸਕਾਰ ਕਰਕੇ ਪੂਰਨ ਪ੍ਰਤਾਪ ਵਾਲੇ ਸਤਿਗੁਰੂ ਦੀਆਂ ਪਰਿਕਰਮਾ ਕਰਦਾ ਹੈ। ਗੁਰਮੁਖ ਖਾਣਾ ਪਹਿਨਣਾ, ਜੋਗ ਭੋਗ ਸੰਜੋਗ ਪਛਾਪੈ। ਗੁਰੂ ਦੀ ਚਰਨ ਸ਼ਰਨ ਵਿੱਚ ਪਿਆ ਹੋਇਆ ਗੁਰਮੁਖ, ਉਹ ਹਰੇਕ ਗੱਲ ਗੁਰਮਰਿਆਦਾ ਦੇ ਅਨੁਸਾਰ ਕਰਦਾ ਹੈ। ਕਿਹੜੀਆਂ ਕਿਹੜੀਆਂ ਗੱਲਾਂ? ਖਾਣਾ, ਪਹਿਨਣਾ, ਜੋਗ, ਜੁੜਨਾ ਕਿਹਦੇ ਨਾਲ ਹੈ, ਭੋਗ ਜਿਹੜੇ ਪਦਾਰਥ ਨੇ, ਕਿਹੜੇ ਗ੍ਰਹਿਣ ਕਰਨ ਵਾਲੇ ਹੈ, ਕਿਹੜੇ ਛੱਡਣ ਵਾਲੇ ਹੈ, ਅਤੇ ਸੰਜੋਗ ਮਿਲਾਪ ਕਿਹਨਾਂ ਦਾ ਚੰਗਾ ਹੈ। ਗੁਰੂ ਦੀ ਕਿਰਪਾ ਨਾਲ ਇਹਨਾਂ ਸਾਰੀਆਂ ਗੱਲਾਂ ਨੂੰ ਪਛਾਣ ਕੇ ਅਤੇ ਗੁਰਮਰਿਆਦਾ ਅਨੁਸਾਰ ਵਰਤਦਾ ਹੈ। ਉਹਦਾ ਜਿਹੜਾ ਖਾਣਾ ਨਾ, ਉਹ ਗੁਰੂ ਮਰਿਆਦਾ ਅਨੁਸਾਰ ਹੁੰਦਾ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮਹਿ ਚੱਲੈ ਵਿਕਾਰ। ਗੁਰਮਤਿ ਦੇ ਵਿੱਚ ਜਿਸ ਖਾਣੇ ਦੀ ਮਨਾਹੀ ਹੈ ਉਹ ਨਹੀਂ ਖਾਂਦਾ, ਸ਼ਰਾਬ ਨਹੀਂ ਪੀਂਦਾ, ਝੂਠੇ ਨਸ਼ਿਆਂ ਦਾ ਤਿਆਗ ਕਰਦਾ ਹੈ। ਸੋ ਉਹਦਾ ਜਿਹੜਾ ਖਾਣਾ ਨਾ, ਉਹ ਗੁਰੂ ਦੇ ਸਿਧਾਂਤ ਅਨੁਸਾਰ ਹੁੰਦਾ ਹੈ। ਪਹਿਨਣਾ, ਤਨ ਦੇ ਉੱਤੇ ਕੱਪੜਾ ਪਾਉਣਾ ਵੀ ਉਹਦਾ ਗੁਰੂ ਸਿਧਾਂਤ ਅਨੁਸਾਰ ਹੁੰਦਾ ਹੈ। ਸਤ ਸੰਗਤ ਦੇ ਵਿੱਚ ਆਉਂਦਾ ਹੈ, ਸਾਦਗੀ ਹੁੰਦੀ ਹੈ, ਚਮਕੀਲਾ ਭੜਕੀਲਾ ਲਿਬਾਸ ਨਹੀਂ ਹੁੰਦਾ। ਸੋ ਉਹਦਾ ਪਹਿਨਣਾ ਜਿਹੜਾ ਹੈ ਉਹ ਵੀ ਗੁਰ ਆਸ਼ੇ ਅਨੁਸਾਰ ਹੁੰਦਾ ਹੈ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪਹਿਦੈ ਤਨ ਪੀੜੀਐ, ਮਨ ਮਹਿ ਚੱਲੈ ਵਿਕਾਰ। ਸੋ ਵਸਤਰ ਜੋ ਗੁਰੂ ਸਿਧਾਂਤ ਮੁਤਾਬਕ ਨੇ, ਤਨ ਨੂੰ ਢੱਕਣ ਵਾਲੇ, ਉਹ ਗੁਰੂ ਕਾ ਸਿੱਖ ਪਾਉਂਦਾ ਹੈ। ਜੋਗ ਭੋਗ ਸੰਜੋਗ ਪਛਾਪੈ, ਗੁਰੂ ਚਰਨਾਂ ਦੇ ਨਾਲ ਜੁੜਦਾ ਹੈ, ਜੋਗ ਨੂੰ ਚੰਗੀ ਤਰ੍ਹਾਂ ਪਛਾਣਦਾ ਹੈ। ਭੋਗ ਕਿਹੜੇ ਪਦਾਰਥ ਨੇ, ਉਹਨਾਂ ਨੂੰ ਮੰਨਣਾ ਹੈ, ਉਹ ਵੀ ਗੁਰੂ ਸਿਧਾਂਤ ਅਨੁਸਾਰ। ਅਤੇ ਸੰਜੋਗ ਜੋ ਮਿਲਾਪ ਹੈ ਗੁਰਮੁਖਾਂ ਦਾ, ਗੁਰਸਿੱਖਾਂ ਦਾ, ਸਤ ਸੰਗਤ ਦਾ, ਗੁਰੂ ਦਾ, ਇਹ ਗੁਰੂ ਦੀ ਕਿਰਪਾ ਨਾਲ ਪਛਾਣ ਕੇ ਗੁਰਮਰਿਆਦਾ ਅਨੁਸਾਰ ਵਰਤਦਾ ਹੈ। ਗੁਰਮੁਖ ਸਵਣ ਸਮਾਧ ਹੈ,
ਆਪੇ ਆਪ ਨਾ ਥਾਪ ਉਥਾਪੈ। ਗੁਰਮੁਖ ਦਾ ਸੌਣਾ ਵੀ ਸਮਾਧੀ ਰੂਪ ਹੈ। ਗੁਰਮੁਖ ਜਦੋਂ ਸੌਂਦਾ ਨਾ, ਉਹ ਵੀ ਉਹਦੀ ਸਮਾਧੀ ਹੈ, ਕਿਉਂਕਿ ਉਹਨੂੰ ਹੋਰ ਕੋਈ ਫੁਰਨਾ ਹੀ ਨਹੀਂ ਫੁਰਦਾ। ਜੇ ਸੁਪਨਾ ਵੀ ਆਉਂਦਾ ਹੈ ਤਾਂ ਵੀ ਗੁਰ ਸ਼ਬਦ ਦੇ ਨਾਲ ਜੁੜਿਆਂ ਦਾ, ਸਤ ਸੰਗਤ ਕਰਦਿਆਂ ਦਾ। ਜਾਗਨ ਤੇ ਸੁਪਨਾ ਭਲਾ ਬਸੀਏ ਪ੍ਰਭ ਸੰਗ, ਆਓ ਸੁਭਾਗੀ ਨੀਂਦੜੀਏ। ਜੇ ਨੀਂਦ ਵਿੱਚ ਮਿਲਾਪ ਹੁੰਦਾ ਹੈ, ਉਹ ਵੀ ਭਾਗਾਂ ਵਾਲੀ ਹੈ। ਸੋ ਗੁਰਮੁਖਾਂ ਦਾ ਸੌਣਾ ਸਮਾਧੀ ਰੂਪ ਹੈ। ਆਪਣੇ ਆਪ ਨਿਜ ਸਰੂਪ ਦੇ ਵਿੱਚ ਮਸਤ ਰਹਿੰਦੇ ਹੈ, ਨਾ ਥਾਪ ਉਥਾਪੈ। ਅਤੇ ਇਸੇ ਤਰ੍ਹਾਂ ਬਣਾਉਣਾ ਅਤੇ ਮੇਟਣਾ, ਉਸਾਰਨਾ ਅਤੇ ਖਤਮ ਕਰ ਦੇਣਾ, ਐਸਾ ਸੰਕਲਪ ਕਦੇ ਉਹਨਾਂ ਦੇ ਮਨ ਦੇ ਵਿੱਚ ਫੁਰਦਾ ਨਹੀਂ ਹੈ। ਘਰ ਬਾਰੀ ਜੀਵਨ ਮੁਕਤ, ਲਹਿਰ ਨਹੀਂ ਭਵ ਲੋਭ ਵਿਆਪੈ। ਗ੍ਰਸਤੀ ਸਿੱਖ ਜਿਹੜਾ ਹੈ ਉਹ ਜੀਵਨ ਮੁਕਤ ਹੈ, ਜਿਉਂਦਿਆਂ ਹੀ ਮੁਕਤ ਹੈ। ਉਹ ਸਾਰੇ ਬੰਧਨਾਂ ਤੋਂ ਰਹਿਤ ਹੈ। ਲਹਿਰ ਨਹੀਂ ਭਵ ਲੋਭ ਵਿਆਪੈ। ਸੰਸਾਰ ਦੇ ਵਿੱਚ ਲੋਭ ਦੀਆਂ ਲਹਿਰਾਂ ਉਸ ਗ੍ਰਸਤੀ ਗੁਰਮੁਖ ਸਿੱਖ ਨੂੰ ਨਹੀਂ ਵਿਆਪਦੀਆਂ ਹਨ। ਲੋਭ ਦੀਆਂ ਲਹਿਰਾਂ ਉਹਦੇ 'ਤੇ ਕੋਈ ਅਸਰ ਨਹੀਂ ਪਾ ਪਾਉਂਦੀਆਂ। ਘਰ ਬਾਰੀ ਜੀਵਨ ਮੁਕਤ, ਲਹਿਰ ਨਹੀਂ ਭਵ ਲੋਭ ਵਿਆਪੈ। SGPC ਵੱਲੋਂ ਜੋ ਭਾਈ ਗੁਰਦਾਸ ਦੀਆਂ ਵਾਰਾਂ ਛਪੀਆਂ ਨੇ, ਉਹ ਪੰਗਤੀ ਇਸ ਤਰ੍ਹਾਂ ਹੈ। ਘਰ ਬਾਰੀ ਜੀਵਨ ਮੁਕਤ, ਲਹਿਰ ਨਾ ਭਵਜਲ ਭਉ ਨਾ ਵਿਆਪੈ। ਲਹਿਰ ਨਾ ਭਵਜਲ ਭਉ ਨਾ ਵਿਆਪੈ। ਸੰਸਾਰ ਭੌਜਲ ਵਿੱਚ ਉਹਨਾਂ ਨੂੰ ਲੋਭ ਦੀਆਂ ਜਾਂ ਹੋਰ ਵਿਕਾਰ ਉਹਨਾਂ ਦੀਆਂ ਲਹਿਰਾਂ ਨਹੀਂ ਵਿਆਪਦੀਆਂ, ਅਤੇ ਨਾ ਹੀ ਉਹਨਾਂ ਨੂੰ ਕੋਈ ਭਉ ਵਿਆਪਦਾ ਹੈ। ਸੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਭਾਈ ਗੁਰਦਾਸ ਦੀਆਂ ਵਾਰਾਂ ਪ੍ਰਕਾਸ਼ਿਤ ਹਨ, ਉਹਦੇ ਵਿੱਚ ਪਾਠ ਲਹਿਰ ਨਾ ਭਵਜਲ ਭਉ ਨਾ ਵਿਆਪੈ। ਉਹਨਾਂ ਨੂੰ ਕੋਈ ਭਉ ਨਹੀਂ ਵਿਆਪਦਾ ਗੁਰਮੁਖਾਂ ਨੂੰ, ਔਰ ਕੋਈ ਜਿਹੜੀ ਲਹਿਰ ਹੈ ਵਿਕਾਰਾਂ ਦੀ, ਉਹ ਨਹੀਂ ਉਹਨਾਂ ਨੂੰ ਸੰਸਾਰ ਵਿੱਚ ਵਿਆਪਦੀ। ਸੋ ਇਸ ਤਰ੍ਹਾਂ ਇਸ ਪੰਕਤੀ ਦੇ ਅਰਥ ਹਨ, ਔਰ ਇਹ ਪਾਠੰਤਰ ਹੈ। ਵਿਦਿਆਰਥੀ ਜਿਹੜੇ ਨੇ ਉਹ ਸਮਝ ਲੈਣਗੇ। ਪਾਰ ਪਏ ਲੰਘ ਵਰੈ ਸਰਾਪੈ। ਵਰ ਸਰਾਪ ਤੋਂ ਅੱਗੇ ਲੰਘ ਜਾਂਦੇ ਹੈ, ਸੰਸਾਰ ਭੌਜਲ ਤੋਂ ਪਾਰ ਹੋ ਜਾਂਦੇ ਹੈ। ਸੁਭਾਵਕ ਵਿਚਰਦੇ ਹੈ, ਸਮਦ੍ਰਿਸ਼ਟੀ ਦੇ ਨਾਲ ਸਾਰਿਆਂ ਨੂੰ ਦੇਖਦੇ ਹੈ, ਸਮਦ੍ਰਿਸ਼ਟੀ ਰੱਖਦੇ ਹੈ। ਸੋ ਇਸ ਤਰ੍ਹਾਂ ਜਿਹੜੇ ਗ੍ਰਸਤੀ ਗੁਰਮੁਖ ਸਿੱਖ ਹੁੰਦੇ ਹੈ ਨਾ, ਉਹਨਾਂ ਦਾ ਜੀਵਨ ਹੁੰਦਾ ਹੈ। ਅਗਲੀ 19ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਜੋ ਗੁਰਮੁਖਾਂ ਦੇ ਅੰਦਰ ਦੀ ਧਾਰਨਾ ਹੁੰਦੀ ਹੈ, ਕਿਵੇਂ ਦਾ ਉਹ ਸੋਚਦੇ ਹੈ, ਉਹਦਾ ਜ਼ਿਕਰ ਕਰ ਰਹੇ ਹੈ। ਸਤਿਗੁਰ ਸਤ ਸਰੂਪ ਹੈ, ਧਿਆਨ ਮੂਲ ਗੁਰ ਮੂਰਤ ਜਾਣੈ। ਗੁਰਮੁਖਾਂ ਦੇ ਅੰਦਰ ਇਹ ਭਾਵਨਾ ਹੈ, ਨਿਸ਼ਚਾ ਹੈ, ਸਤਿਗੁਰੂ ਜੀ ਸਤ ਸਰੂਪ ਹਨ। ਸਤਿਗੁਰੂ ਜੀ ਸੱਚੇ ਪਰਮਾਤਮਾ ਦਾ ਸਵਰੂਪ ਹਨ। ਧਿਆਨ ਮੂਲ ਗੁਰ ਮੂਰਤ ਜਾਣੈ। ਅਤੇ ਗੁਰੂ ਦੇ ਸਰੂਪ ਨੂੰ ਹੀ ਉਹ ਧਿਆਨ ਦਾ ਮੁੱਢ, ਜਿਹੜਾ ਧਿਆਨ ਧਰਨਾ ਨਾ, ਉਹਦਾ ਮੂਲ ਮੁੱਢ ਕਿਹਨੂੰ ਜਾਣਦੇ ਆ? ਗੁਰੂ ਦੇ ਸਵਰੂਪ ਨੂੰ। ਗੁਰੂ ਦਾ ਧਿਆਨ ਧਰਦੇ ਹੈ। ਗੁਰਮੁਖ ਇਹ ਗੱਲ ਨੂੰ ਜਾਣਦਾ ਹੈ ਕਿ ਗੁਰੂ ਦਾ ਸਵਰੂਪ ਹੀ ਇਹ ਧਿਆਨ ਦਾ ਮੁੱਢ ਹੈ। ਜੇ ਧਿਆਨ ਧਰਨਾ ਹੈ ਤਾਂ ਗੁਰੂ ਸਾਹਿਬ ਦਾ। ਸਤਿਨਾਮ ਕਰਤਾ ਪੁਰਖ, ਮੂਲ ਮੰਤਰ ਸਿਮਰਨ ਪਰਵਾਣੈ। ਸਤਿਨਾਮ ਕਰਤਾ ਪੁਰਖ, ਪਰਮਾਤਮਾ ਦੇ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਨਾਮ ਵਿਸ਼ੇਸ਼ਣ ਕਥਨ ਕੀਤੇ ਹੈ, ਇੱਥੇ ਪੂਰਾ ਮੂਲ ਮੰਤਰ ਤੇ ਨਹੀਂ ਦਿੱਤਾ ਹੋਇਆ। ਜੋ ਮੂਲ ਹੈ, ਮੁੱਢ ਹੈ ਪਰਮਾਤਮਾ। ਸਤਿਨਾਮ ਕਰਤਾ ਪੁਰਖ,
ਸਤਨਾਮ ਕਰਤਾ ਪੁਰਖ ਦੇ ਮੂਲ ਮੰਤਰ ਦੇ ਸਿਮਰਨ ਨੂੰ ਕਰਦਿਆਂ ਹੋਇਆਂ ਗੁਰਸਿੱਖ ਜਿਹੜਾ ਨਾ ਉਹ ਮਾਲਕ ਦੇ ਦਰ 'ਤੇ ਪ੍ਰਵਾਨ ਹੋ ਜਾਂਦਾ ਹੈ। ਅਸੀਂ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਦਾ ਸਿਮਰਨ ਕਰਦੇ ਹਾਂ। ਸੋ ਇੱਥੇ ਕਾਵਿ ਨੂੰ ਵੀ ਭਾਈ ਗੁਰਦਾਸ ਜੀ ਨੇ ਮੁੱਖ ਰੱਖਣਾ ਹੈ। ਇਸ ਲਈ ਪਰਮਾਤਮਾ ਜੋ ਹੈ ਨਾ, ਜਿਹਦਾ ਨਾਮ ਸਦੀਵੀ ਹੋਂਦ ਵਾਲਾ ਹੈ, ਸੰਸਾਰ ਨੂੰ ਪੈਦਾ ਕਰਨ ਵਾਲਾ ਹੈ, ਪੁਰਖ ਵਿਆਪਕ ਹੈ, ਉਹਦੇ ਮੂਲ ਮੰਤਰ ਜੋ ਉਹਦਾ ਮੁੱਢਲਾ ਮੰਤਰ ਹੈ, ਉਹਦਾ ਸਿਮਰਨ ਕਰਦਿਆਂ ਹੋਇਆਂ ਗੁਰਮੁਖ ਪ੍ਰਵਾਨ ਹੋ ਜਾਂਦੇ ਹੈ। ਚਰਨ ਕਵਲ ਮਕਰੰਦ ਰਸ ਪੂਜਾ ਮੂਲ ਪਿਰਮ ਰਸ ਮਾਣੈ। ਚਰਨਾਂ ਕਮਲਾਂ ਦੇ ਮਕਰੰਦ ਰਸ ਦੇ ਵਿੱਚ ਗੁਰਮੁਖ ਮਗਨ ਹੋ ਜਾਂਦਾ ਹੈ। ਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਕਰਦਾ ਹੋਇਆ, ਪ੍ਰੀਤ ਕਰਦਾ ਹੋਇਆ ਮਸਤ ਹੋ ਜਾਂਦਾ ਹੈ। ਪੂਜਾ ਮੂਲ ਪਿਰਮ ਰਸ ਮਾਣੈ। ਅਤੇ ਪੂਜਾ ਦਾ ਮੂਲ ਮੁੱਢ ਪਿਆਰੇ ਦੇ ਪ੍ਰੇਮ ਰਸ ਨੂੰ ਉਹ ਮਾਣਦਾ ਹੈ। ਹਿਰਦੇ ਵਿੱਚ ਪ੍ਰੇਮ ਹੈ, ਉਹਦੇ ਪ੍ਰੇਮ ਦਾ ਰਸ ਹੈ, ਇਹੀ ਪੂਜਾ ਦਾ ਮੁੱਢ ਹੈ। ਅਤੇ ਇਸ ਪ੍ਰੇਮ ਰਸ ਨੂੰ ਗੁਰਮੁਖ ਜਿਹੜਾ ਹੈ ਉਹ ਸਦਾ ਹੀ ਮਾਣਦਾ ਹੈ। ਸ਼ਬਦ ਸੁਰਤ ਲਿਵ ਸਾਧ ਸੰਗ ਗੁਰ ਕਿਰਪਾ ਤੇ ਅੰਦਰ ਆਣੈ। ਸ਼ਬਦ ਸੁਰਤ ਲਿਵ ਸਾਧ ਸੰਗ, ਸਾਧ ਸੰਗਤ ਦੇ ਵਿੱਚ ਗੁਰਮੁਖ ਟਿਕ ਕੇ ਸ਼ਬਦ ਦੀ ਸੁਰਤ ਦੇ ਵਿੱਚ ਲਿਵ ਜੋੜਦਾ ਹੈ, ਸ਼ਬਦ ਦੀ ਗਿਆਤ ਦੇ ਵਿੱਚ ਲਿਵ ਲਾਉਂਦਾ ਹੈ, ਅਥਵਾ ਸ਼ਬਦ ਦੇ ਨਾਲ ਸ੍ਰੇਸ਼ਟ ਪ੍ਰੇਮ ਕਰਦਾ ਹੋਇਆ ਸਾਧ ਸੰਗਤ ਵਿੱਚ ਟਿਕ ਕੇ ਲਿਵ ਲਾਉਂਦਾ ਹੈ। ਗੁਰ ਕਿਰਪਾ ਤੇ ਅੰਦਰ ਆਣੇ, ਅਤੇ ਗੁਰੂ ਦੀ ਕਿਰਪਾ ਦੇ ਨਾਲ ਸ਼ਬਦ ਦੀ ਸ੍ਰੇਸ਼ਟ ਪ੍ਰੀਤੀ ਨੂੰ ਆਪਣੇ ਮਨ ਦੇ ਵਿੱਚ ਅੰਦਰ ਲਿਆਉਂਦਾ ਹੈ, ਸ਼ਬਦ ਦੀ ਪ੍ਰੀਤ ਨੂੰ ਆਪਣੇ ਅੰਦਰ ਟਿਕਾ ਲੈਂਦਾ ਹੈ। ਗੁਰਮੁਖ ਪੰਥ ਅਗੰਮ ਹੈ ਗੁਰਮਤਿ ਨਿਹਚਲ ਚੱਲਣ ਭਾਣੈ। ਗੁਰਮੁਖ ਪੰਥ ਅਗੰਮ ਹੈ, ਜਿਹੜਾ ਗੁਰਮੁਖ ਦਾ ਮਾਰਗ ਹੈ ਨਾ, ਭਾਈ ਗੁਰਦਾਸ ਜੀ ਕਹਿੰਦੇ ਉਹ ਅਗੰਮ ਹੈ, ਮਨ ਦੀ ਪਹੁੰਚ ਤੋਂ ਪਰੇ ਦਾ ਹੈ, ਮਨ ਬਾਣੀ ਕਰਕੇ ਪਹੁੰਚਿਆ ਨਹੀਂ ਜਾ ਸਕਦਾ, ਉਹਦੀ ਅਵਸਥਾ ਨੂੰ ਨਹੀਂ ਦੱਸਿਆ ਜਾ ਸਕਦਾ, ਉਹਦਾ ਜਿਹੜਾ ਮਾਰਗ ਹੈ ਅਗੰਮ ਹੈ। ਗੁਰਮਤਿ ਨਿਹਚਲ ਚੱਲਣ ਭਾਣੈ। ਗੁਰੂ ਦੀ ਮੱਤ ਨੂੰ ਧਾਰਨ ਕਰਕੇ, ਗੁਰਮਤਿ ਨੂੰ ਧਾਰਨ ਕਰਕੇ ਜਿਹੜਾ ਗੁਰਮੁਖ ਹੈ ਉਹ ਅਚਲ ਹੋ ਜਾਂਦਾ ਹੈ ਅਤੇ ਪਰਮਾਤਮਾ ਦੇ ਭਾਣੇ ਦੇ ਅਨੁਸਾਰ ਚੱਲਦਾ ਹੈ। ਉਹਨੂੰ ਮਾਲਕ ਦਾ ਭਾਣਾ ਚੰਗਾ ਲੱਗਦਾ ਹੈ ਅਤੇ ਉਹਦੇ ਭਾਣੇ ਦੇ ਵਿੱਚ ਹੀ ਰਹਿੰਦਾ ਹੈ। ਵੇਦ ਕਤੇ ਬਹੁ ਬਾਹਰੀ ਅਕਥ ਕਥਾ ਕੌਣ ਆਖ ਵਖਾਣੈ। ਜੋ ਗੁਰਮੁਖ ਦੀ ਅਕਥ ਕਥਾ ਹੈ ਉਹ ਵੇਦਾਂ ਕਤੇਬਾਂ ਤੋਂ ਬਾਹਰ ਦੀ ਗੱਲ ਹੈ। ਕੌਣ ਕਹਿ ਕੇ ਬੋਲ ਕੇ ਇਹਨੂੰ ਦੱਸ ਸਕਦਾ ਹੈ। ਅਥਵਾ ਵੇਦ ਕਤੇਬਹੁ ਬਾਹਰੀ ਅਕਥ ਕਥਾ ਕੌਣ ਆਖ ਵਖਾਣੈ। ਗੁਰਮੁਖ ਦੇ ਅੰਦਰ ਇਹ ਨਿਸ਼ਚਾ ਹੁੰਦਾ ਹੈ, ਜੋ ਅਕਥ ਪਰਮਾਤਮਾ ਹੈ ਨਾ, ਉਹਦੀ ਕਥਾ ਵੇਦਾਂ ਕਤੇਬਾਂ ਤੋਂ ਬਾਹਰੀ ਹੈ, ਅਤੇ ਕੌਣ ਉਸ ਨੂੰ ਕਹਿ ਕੇ ਦੱਸ ਸਕਦਾ ਹੈ, ਕੌਣ ਵਖਿਆਨ ਕਰ ਸਕਦਾ ਹੈ। ਭਾਵ ਕੋਈ ਵੀ ਪੂਰਨ ਤੌਰ 'ਤੇ ਪਰਮੇਸ਼ਰ ਦੀ ਕਥਾ ਨੂੰ ਬਿਆਨ ਨਹੀਂ ਕਰ ਸਕਦਾ, ਦੱਸ ਨਹੀਂ ਸਕਦਾ। ਵੀਹ ਇੱਕੀਹ ਉਲੰਘ ਸਿਆਣੈ। ਵੀਹ ਇੱਕੀ ਭਾਵ ਅਰਥ ਇਹ ਹੈ ਵੀ ਸਾਰੀ ਜਿੰਨੀਆਂ ਗਿਣਤੀਆਂ ਮਿਣਤੀਆਂ ਨੇ ਨਾ, ਸਾਰੀਆਂ ਗਿਣਤੀਆਂ ਮਿਣਤੀਆਂ ਤੋਂ ਲੰਘ ਕੇ ਜਿਹੜਾ ਗੁਰਮੁਖ ਹੈ ਉਹ ਆਪਣੇ ਆਪ ਨੂੰ ਪਛਾਣ ਲੈਂਦਾ ਹੈ, ਆਪਣੇ ਸਵੈ ਸਰੂਪ ਨੂੰ ਪਛਾਣਦਾ ਹੈ। ਔਰ ਜੋ ਗੁਰਮੁਖ ਦੀ ਅਵਸਥਾ ਹੁੰਦੀ ਹੈ ਨਾ, ਉਸ ਅਵਸਥਾ ਨੂੰ ਗੁਰਮੁਖ ਸਿਆਣਿਆਂ ਦਾ ਅਰਥ ਪਛਾਣ ਲੈਂਦਾ ਹੈ, ਉਸ ਭੇਦ ਨੂੰ ਜਾਣ ਲੈਂਦਾ ਹੈ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਸੋ ਬ੍ਰਹਮ ਗਿਆਨੀ ਪੁਰਸ਼ ਬ੍ਰਹਮ ਗਿਆਨੀ ਦੀ ਗਤ ਅਵਸਥਾ ਨੂੰ ਜਾਣਦਾ ਹੈ। ਸੋ ਇਸ ਤਰ੍ਹਾਂ ਗੁਰਮੁਖ ਉੱਚੀ ਅਵਸਥਾ ਦਾ ਮਾਲਕ, ਅਤੇ ਉਹ ਗਿਣਤੀਆਂ ਮਿਣਤੀਆਂ ਲੰਘ ਕੇ ਉਸ ਅਵਸਥਾ ਨੂੰ ਜਾਣ ਲੈਂਦਾ ਹੈ। 20ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਸਾਨੂੰ ਦੱਸਦੇ ਹੈ
ਵੀ ਜਿਹੜੇ ਮਨਮੁਖ ਬੰਦੇ ਹੁੰਦੇ ਆ ਨਾ, ਉਹ ਕਿਵੇਂ ਦੇ ਹੁੰਦੇ ਹੈ। ਸੀਸ ਨਿਵਾਏ ਢੀਂਗੋਲੀ, ਗਲ ਬੰਦੇ ਜਲ ਉੱਚਾ ਆਵੈ। ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਮਨਮੁਖ ਹੁੰਦੇ ਹੈ ਨਾ, ਉਹ ਆਪੇ ਝੁਕਦੇ ਨਹੀਂ, ਆਪੇ ਉਹ ਨਿਉਂਦੇ ਨਹੀਂ ਹਨ। ਜਿਵੇਂ ਢੇਂਕਲੀ ਜਿਹੜਾ ਪਾਣੀ ਦਾ ਯੰਤਰ ਹੁੰਦਾ ਹੈ, ਗਲਾ ਬੰਨ੍ਹ ਕੇ ਉਹਦਾ ਸਿਰ ਨਿਵਾਉਂਦੇ ਹੈ। ਜਿੱਥੇ ਇਹ ਪੁਰਾਣੇ ਸਮੇਂ ਵਿੱਚ ਜ਼ਿਆਦਾ ਵਰਤਦੇ ਸੀ, ਢੀਂਗੁਲੀ ਵੀ ਕਹਿ ਦਿੰਦੇ ਆ, ਢੀਂਗਲੀ ਵੀ, ਢਿਉਂਗੜੀ ਵੀ ਕਈ ਕਹਿੰਦੇ ਆ, ਕਈ ਢੇਂਕਲੀ ਕਹਿੰਦੇ ਹੈ। ਸੋ ਵੱਖ ਵੱਖ ਇਲਾਕਿਆਂ ਦੇ ਵੱਖ ਵੱਖ ਨਾਮ ਰਹੇ ਹੈ। ਸੋ ਜਿੱਥੇ ਪਾਣੀ ਨੀਵਾਂ ਨਹੀਂ ਜ਼ਿਆਦਾ ਹੁੰਦਾ, ਉੱਥੇ ਇਹਦੇ ਨਾਲ ਸਿੰਜਿਆ ਜਾਂਦਾ ਸੀ। ਦੋ ਲੱਕੜਾਂ ਗੱਡੀਆਂ ਅਤੇ ਇੱਕ ਆੜ ਦਾ ਆਧਾਰ ਹੁੰਦਾ ਸੀ, ਲੰਮੀ ਬੱਲੀ, ਉਹਦੇ ਹੇਠਲੇ ਪਾਸੇ ਭਾਰ ਬੰਨ੍ਹ ਦੇਣਾ, ਅੱਗੇ ਡੋਲ ਜਾਂ ਵੱਡਾ ਪਾਤਰ ਹੁੰਦਾ ਸੀ, ਅਤੇ ਫਿਰ ਰੱਸੀ ਬੰਨ੍ਹ ਕੇ ਜਿਹੜਾ ਉਹਦਾ ਬੋਕੇ ਵਾਲਾ ਪਾਸਾ ਹੁੰਦਾ ਸੀ ਨਾ, ਉਹਨੂੰ ਪਾਣੀ ਦੇ ਵਿੱਚ ਝੁਕਾਉਣਾ। ਜਦੋਂ ਉਹ ਪਾਤਰ, ਉਹ ਭਾਂਡਾ ਭਰ ਜਾਣਾ ਬੋਕਾ, ਫਿਰ ਦੂਜੇ ਪਾਸੇ ਭਾਰ ਬੰਨ੍ਹਿਆ ਹੋਇਆ ਉਹਨੂੰ ਝੁਕਾ ਦੇਣਾ, ਉਹ ਭਰਿਆ ਪਾਣੀ ਦਾ ਬੋਕਾ ਬਾਹਰ ਆ ਜਾਂਦਾ। ਸੋ ਇਸ ਤਰ੍ਹਾਂ ਪਾਣੀ ਸਿੰਜਦੇ ਸਨ। ਭਾਈ ਗੁਰਦਾਸ ਜੀ ਨੇ ਉਹ ਦ੍ਰਿਸ਼ਟਾਂਤ ਦਿੱਤਾ, ਸੀਸ ਨਿਵਾਏ ਢੀਂਗੁਲੀ, ਗਲ ਬੰਧੇ ਜਲ ਉੱਚਾ ਆਵੈ। ਕਹਿੰਦੇ ਲੋਕ ਜਿਹੜੇ ਆ ਨਾ, ਢੀਂਗੁਲੀ ਪਾਣੀ ਦੇ ਯੰਤਰ ਦਾ ਗਲਾ ਬੰਨ੍ਹ ਕੇ ਉਹਦਾ ਸਿਰ ਨਿਵਾਉਂਦੇ ਹੈ, ਉਹਨੂੰ ਝੁਕਾਉਂਦੇ ਹੈ। ਫਿਰ ਪਾਣੀ ਜਿਹੜਾ ਨਾ ਉੱਚਾ ਆਉਂਦਾ ਹੈ, ਉਹ ਬੋਕਾ ਭਰਿਆ ਹੋਇਆ ਉੱਚਾ ਆ ਜਾਂਦਾ ਹੈ। ਉਹ ਜਿਹੜੀ ਢੇਂਕਲੀ ਹੁੰਦੀ ਹੈ ਨਾ, ਉਹ ਆਪੇ ਨਹੀਂ ਨਿਉਂਦੀ, ਉਹਨੂੰ ਝੁਕਾਉਣਾ ਪੈਂਦਾ ਹੈ, ਨੀਵਾਂ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਜਿਹੜੇ ਮਨਮੁਖ ਬੰਦੇ ਹੈ ਨਾ, ਭਾਈ ਗੁਰਦਾਸ ਜੀ ਕਹਿੰਦੇ ਉਹ ਆਪੇ ਨਹੀਂ ਝੁਕਦੇ। ਜਿਵੇਂ ਢੇਂਕਲੀ ਨੂੰ ਧੱਕੇ ਦੇ ਨਾਲ ਜ਼ੋਰ ਲਾ ਕਰਕੇ ਉਹ ਨਿਵਾਈ ਦੀ ਹੈ ਨਾ, ਮਨਮੁਖ ਦਾ ਵੀ ਹਾਲ ਇਹੀ ਹੈ। ਮਨਮੁਖ ਆਪੇ ਨਿਉਂਦਾ ਨਹੀਂ, ਝੁਕਦਾ ਨਹੀਂ, ਉਹਨੂੰ ਝੁਕਾਉਣਾ ਪੈਂਦਾ ਹੈ। ਘੁੱਗੂ ਸੁੱਝ ਨ ਸੁਝਈ, ਚੱਕਈ ਚੰਦ ਨਾ ਡਿੱਠਾ ਭਾਵੈ। ਘੁੱਗੂ ਜਿਹੜਾ ਉੱਲੂ ਹੈ, ਸੁੱਝ ਨਾ ਸੁਝਈ, ਉੱਲੂ ਨੂੰ ਸੂਰਜ ਨਹੀਂ ਸੁੱਝਦਾ, ਸੂਰਜ ਨਹੀਂ ਦਿਸਦਾ, ਉੱਲੂ ਨੂੰ ਸੂਰਜ ਚੰਗਾ ਹੀ ਨਹੀਂ ਲੱਗਦਾ। ਇਸੇ ਤਰ੍ਹਾਂ ਜਿਹੜੇ ਮਨਮੁਖ ਬੰਦੇ ਆ, ਗੁਰੂ ਸੂਰਜ ਉਹਨਾਂ ਨੂੰ ਚੰਗਾ ਹੀ ਨਹੀਂ ਲੱਗਦਾ। ਗੁਰੂ ਦੇ ਨਾਲ ਵੀ ਉਹ ਈਰਖਾ ਕਰਦੇ ਹੈ। ਮਨਮੁਖ ਜਿਹੜੇ ਹੈ ਉਹ ਉੱਲੂਆਂ ਵਰਗੇ ਹੈ। ਸਾਰੀ ਦੁਨੀਆ ਨੂੰ ਚਾਨਣ ਚੰਗਾ ਲੱਗਦਾ ਹੈ, ਪਰ ਉੱਲੂ ਨੂੰ ਚਾਨਣ ਚੰਗਾ ਨਹੀਂ ਲੱਗਦਾ, ਉਹਨੂੰ ਹਨੇਰਾ ਹੀ ਪਾਉਂਦਾ ਹੈ। ਮਨਮੁਖਾਂ ਨੂੰ ਗਿਆਨ ਦਾ ਚਾਨਣ ਚੰਗਾ ਹੀ ਨਹੀਂ ਲੱਗਦਾ। ਮਨਮੁਖ ਚਾਹੁੰਦੇ ਆ ਲੋਕ ਅਗਿਆਨਤਾ ਦੇ ਵਿੱਚ ਰਹਿਣ ਅਤੇ ਹਨੇਰੇ ਦੇ ਵਿੱਚ ਹੀ ਟੱਕਰਾਂ ਮਾਰਦੇ ਰਹਿਣ, ਡਿੱਗਦੇ ਰਹਿਣ। ਪਰ ਜਿਹੜੇ ਗੁਰਮੁਖ ਨੇ, ਉਹ ਆਪ ਵੀ ਜਿੱਥੇ ਚਾਨਣ ਵਿੱਚ ਨੇ, ਹੋਰਾਂ ਨੂੰ ਵੀ ਗਿਆਨ ਦਿੰਦੇ ਹੈ। ਸੋ ਮਨਮੁਖਾਂ ਦੀ ਹਾਲਤ ਉੱਲੂਆਂ ਵਰਗੀ ਹੈ। ਉੱਲੂ ਨੂੰ ਸੂਰਜ ਨਹੀਂ ਚੰਗਾ ਲੱਗਦਾ, ਮਨਮੁਖ ਨੂੰ ਗੁਰੂ ਨਹੀਂ ਚੰਗਾ ਲੱਗਦਾ, ਗੁਰੂ ਦੀਆਂ ਰਹਿਮਤਾਂ ਨਹੀਂ ਉਹਨੂੰ ਦਿਸਦੀਆਂ। ਚੱਕਈ ਚੰਦ ਨਾ ਡਿੱਠਾ ਭਾਵੈ। ਅਤੇ ਜਿਹੜੀ ਚਕਵੀ ਹੈ, ਚਕਵੀ ਨੂੰ ਚੰਦਰਮਾ ਵੇਖਣਾ ਹੀ ਨਹੀਂ ਭਾਉਂਦਾ। ਉਹਨੂੰ ਚਕਵੀ ਜਿਹੜੀ ਹੈ ਉਹਨੂੰ ਸੂਰਜ ਹੀ ਚੰਗਾ ਲੱਗਦਾ ਹੈ, ਚੰਦਰਮਾ ਉਹਨੂੰ ਚੰਗਾ ਹੀ ਨਹੀਂ ਲੱਗਦਾ। ਐਸਾ ਹਾਲ ਜਿਹੜਾ ਨਾ ਉਹ ਮਨਮੁਖਾਂ ਦਾ ਹੁੰਦਾ ਹੈ। ਕਿਉਂਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਜਿੱਥੇ ਚਕਵੀ ਚਕਵੇ ਦੀ ਪ੍ਰੀਤ ਦੀ ਦ੍ਰਿਸ਼ਟਾਂਤ ਦੇ ਕੇ ਮਹਾਰਾਜ ਨੇ ਉਹਨਾਂ ਦੀ ਗੱਲ ਕੀਤੀ ਹੈ। ਚਕੋਰ ਦੀ ਚੰਦ ਦੇ ਨਾਲ ਪ੍ਰੀਤ, ਚਕੋਰ ਨੂੰ ਚੰਦ ਚੰਗਾ ਲੱਗਦਾ ਹੈ, ਚਕਵੀ ਚਕਵੇ ਨੂੰ ਚੰਗਾ ਨਹੀਂ ਲੱਗਦਾ। ਸੋ ਮਨਮੁਖ ਜਿਹੜੇ ਹੈ ਨਾ, ਸੋ ਚੰਦ ਦੀ ਨਿਆਈ ਜਿਹੜੇ ਸ਼ੀਤਲ ਨੇ, ਠੰਡੇ ਨੇ, ਕਿਰਨਾਂ ਬਖੇਰਨ ਵਾਲੇ ਨੇ, ਸ਼ਾਂਤ ਚਿੱਤ ਆਤਮਾ ਮਹਾਤਮਾ ਹਨ। ਮਨਮੁਖਾਂ ਨੂੰ ਨਹੀਂ ਉਹ ਚੰਗੇ ਲੱਗਦੇ, ਮਨਮੁਖ ਤਾਂ ਉਹਨਾਂ ਦੀ ਨਿੰਦਿਆ ਕਰਦੇ ਹੈ।
ਸਿਮਲ ਬਿਰਖ ਨ ਸਫਲ ਹੋਏ, ਚੰਦਨ ਵਾਸ ਨ ਵਾਂਸ ਸਮਾਵੈ। ਸਿਮਲ ਦਾ ਦਰਖਤ ਜਿਹੜਾ ਹੈ ਉਹ ਸਹਿਤ ਫਲਦੇ ਨਹੀਂ ਹੁੰਦਾ। ਫਲ ਫਿੱਕੇ ਫੁੱਲ ਬਕ ਬਕੇ, ਕੰਮ ਨ ਆਵਹਿ ਪਤ। ਮਿਠਿਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਵੱਡਾ ਤਾਂ ਬਹੁਤ ਹੁੰਦਾ ਹੈ ਸਿੰਬਲ, ਪਰ ਉਹਦੇ ਫਲ ਫੁੱਲ ਕਿਸੇ ਕੰਮ ਦੇ ਨਹੀਂ। ਇੱਕ ਪਾਸੇ ਇੱਕ ਛੋਟਾ ਜਿਹਾ ਦਰਖਤ ਹੈ, ਉਹ ਫਲ ਦੇ ਨਾਲ ਲੱਦਿਆ ਹੋਇਆ ਹੈ। ਉਹਦੇ ਜਿਹੜੀਆਂ ਟਾਹਣੀਆਂ ਨੇ ਉਹ ਫਲ ਨਾਲ ਲੱਦੀਆਂ ਝੁਕੀਆਂ ਹੋਈਆਂ ਨੇ। ਹਰ ਕੋਈ ਝੱਟ ਫਲ ਤੋੜ ਕੇ ਖਾ ਲੈਂਦਾ ਹੈ, ਰਸ ਲੈਂਦਾ ਹੈ। ਸੋ ਭਾਈ ਗੁਰਦਾਸ ਜੀ ਸਮਝਾਉਂਦੇ ਆ ਵੀ ਮਨਮੁਖ ਬੰਦਾ ਜਿਹੜਾ ਨਾ ਉਹ ਸਿੰਬਲ ਦੇ ਰੁੱਖ ਵਰਗਾ ਹੈ। ਉਹ ਸਫਲ ਨਹੀਂ ਹੁੰਦਾ, ਉਹਨੂੰ ਗੁਣਾਂ ਦੇ ਫਲ ਨਹੀਂ ਲੱਗਦੇ, ਉਹ ਆਪਣੇ ਜੀਵਨ ਵਿੱਚ ਗੁਣ ਨਹੀਂ ਪੈਦਾ ਕਰਦਾ। ਮਨਮੁਖ ਇੱਦਾਂ ਦਾ ਹੁੰਦਾ ਸਿੰਬਲ ਵਰਗਾ, ਨਿਸ਼ਫਲ। ਚੰਦਨ ਵਾਸ ਨਾ ਵਾਂਸ ਸਮਾਵੈ। ਅਤੇ ਫਿਰ ਮਨਮੁਖ ਜਿਹੜਾ ਨਾ ਉਹ ਵਾਂਸ ਵਰਗਾ ਹੁੰਦਾ ਹੈ। ਵਾਂਸ ਦੇ ਵਿੱਚ ਚੰਦਨ ਦੀ ਖੁਸ਼ਬੂ ਸੁਗੰਧੀ ਸਮਾਉਂਦੀ ਨਹੀਂ ਹੈ। ਬਾਬਾ ਕਬੀਰ ਜੀ ਦਾ ਅਸੀਂ ਸਲੋਕ ਪੜ੍ਹਦੇ ਹਾਂ, ਕਬੀਰ ਬਾਂਸ ਵਡਾਈ ਬੂਢਿਆ, ਇਉਂ ਮਤ ਡੂਬਹੁ ਕੋਏ, ਚੰਦਨ ਕੈ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ। ਭਗਤ ਕਬੀਰ ਜੀ ਕਹਿੰਦੇ ਜਿਹੜਾ ਵਾਂਸ ਹੈ ਨਾ ਉਹ ਬਹੁਤ ਉੱਚਾ ਚਲਿਆ ਜਾਂਦਾ ਹੈ। ਸਿੱਧਾ ਉੱਚਾ ਜਾ ਕੇ ਫਿਰ ਉਹ ਇੱਕ ਪਾਸੇ ਨੂੰ ਟੇਢਾ ਝੁਕ ਜਾਂਦਾ ਹੈ। ਚੰਦਨ ਦੇ ਕੋਲ ਹੋਰ ਜਿੰਨੀ ਬਨਸਪਤੀ ਵੱਸਦੀ ਹੈ ਉਹਦੇ ਵਿੱਚੋਂ ਤਾਂ ਚੰਦਨ ਵਰਗੀ ਖੁਸ਼ਬੂ ਆਵੇਗੀ। ਹੋਰ ਜਿਹੜੇ ਰੁੱਖ ਨੇ ਬਨਸਪਤੀ ਉਹ ਚੰਦਨ ਦੇ ਵਿੱਚੋਂ ਗੁਣ ਨੂੰ ਲੈਂਦੇ ਹੈ, ਗ੍ਰਹਿਣ ਕਰਦੇ ਹੈ। ਪਰ ਵਾਂਸ ਕਹਿੰਦੇ ਵਾਂਸ ਇਹੋ ਜਿਹਾ ਚੰਦਨ ਦੀ ਜੜ੍ਹ ਦੇ ਨਾਲ ਜੜ੍ਹ ਉਹਦੀ ਬਿਲਕੁਲ ਮੇਲ ਕੇ ਉਹਨੂੰ ਲਾ ਦਿੱਤਾ ਜਾਏ, ਪਰ ਵਾਂਸ ਦੇ ਵਿੱਚੋਂ ਚੰਦਨ ਦੀ ਸੁਗੰਧੀ ਨਹੀਂ ਆਉਂਦੀ, ਉਹ ਗੁਣ ਨੂੰ ਗ੍ਰਹਿਣ ਨਹੀਂ ਕਰਦਾ। ਬਾਬਾ ਕਬੀਰ ਜੀ ਕਹਿੰਦੇ ਉਹ ਆਪਣੇ ਉੱਚੇਪਣ ਦੇ ਵਿੱਚ, ਵੱਡੇ ਪੁਣੇ ਦੇ ਵਿੱਚ ਹੀ ਡੁੱਬਿਆ ਹੋਇਆ ਹੈ। ਇਉਂ ਮਤ ਡੂਬਹੁ ਕੋਏ, ਵਾਂਸ ਵਾਂਗ ਕੋਈ ਡੁੱਬ ਨਾ ਜਾਇਓ। ਚੰਦਨ ਕੈ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਨੇੜੇ ਵੱਸਦਾ ਵੀ ਉਹਦੇ ਵਿੱਚ ਸੁਗੰਧੀ ਨਹੀਂ। ਇਸੇ ਤਰ੍ਹਾਂ ਜਿਹੜੇ ਮਨਮੁਖ ਹੁੰਦੇ ਹੈ ਨਾ ਉਹ ਵਾਂਸ ਵਰਗੇ ਹੁੰਦੇ ਹੈ। ਵਾਂਸ ਵਰਗਾ ਉਹਨਾਂ ਦਾ ਸੁਭਾਅ ਹੁੰਦਾ ਹੈ। ਅਤੇ ਜਦੋਂ ਕਿਤੇ ਗਰਮੀਆਂ ਦਾ ਮੌਸਮ ਹੁੰਦਾ ਨਾ, ਤੇਜ਼ ਹਵਾਵਾਂ ਚੱਲਦੀਆਂ, ਵਾਂਸਾਂ ਦੇ ਨਾਲ ਵਾਂਸ ਖਹਿੰਦੇ ਹੈ, ਚੰਗਿਆੜੀ ਨਿਕਲਦੀ ਹੈ, ਜੰਗਲ ਨੂੰ ਅੱਗ ਲੱਗ ਜਾਂਦੀ ਹੈ। ਦੋ ਅਗਨੀ ਲੱਗ ਜਾਂਦੀ ਹੈ, ਸਾਰਾ ਜੰਗਲ ਸਾੜ ਕੇ ਸੁਆਹ ਕਰ ਦਿੰਦੀ, ਵਾਂਸਾਂ ਤੋਂ ਅੱਗ ਪੈਦਾ ਹੋ ਜਾਂਦੀ। ਮਨਮੁਖ ਤਾਂ ਘਰਾਂ ਦੇ ਘਰ, ਪਿੰਡਾਂ ਦੇ ਪਿੰਡ ਸਾੜ ਕੇ ਤਬਾਹ ਕਰ ਦਿੰਦੇ। ਐਸੇ ਸੁਭਾਅ ਵਾਲੇ ਹੁੰਦੇ ਹੈ, ਗੁਣ ਨਹੀਂ ਗ੍ਰਹਿਣ ਕਰਦੇ। ਜਿਵੇਂ ਚੰਦਨ ਕੋਲ ਵਾਂਸ, ਉਹਦੇ ਵਿੱਚ ਸੁਗੰਧੀ ਨਹੀਂ ਸਮਾਉਂਦੀ, ਇਸੇ ਤਰ੍ਹਾਂ ਚੰਦਨ ਵਾਂਗ ਗੁਰਮੁਖਾਂ ਦੇ ਕੋਲ, ਜਿਹੜੇ ਚੰਦਨ ਨੇ ਨਾ ਗੁਰਮੁਖ, ਉਹਨਾਂ ਦੇ ਕੋਲ ਰਹਿੰਦੇ ਹੋਏ ਵੀ ਮਨਮੁਖ, ਉਹਨਾਂ ਦੇ ਵਿੱਚੋਂ ਭਗਤੀ ਦੀ ਸੁਗੰਧੀ ਨਹੀਂ ਆਉਂਦੀ। ਉਹ ਗੁਰਮੁਖਾਂ ਤੋਂ ਗੁਣ ਨਹੀਂ ਗ੍ਰਹਿਣ ਕਰਦੇ, ਤੋ ਵਾਂਸ ਵਰਗੇ ਹੁੰਦੇ ਹੈ ਮਨਮੁਖ। ਸਪੈ ਦੁੱਧ ਪੀ ਆਲੀਐ, ਤੁਮੇ ਦਾ ਕੌੜਤ ਨ ਜਾਵੈ। ਸੱਪ ਨੂੰ ਅਤੇ ਤੁਮੇ ਨੂੰ ਭਾਵੇਂ ਦੁੱਧ ਦੇ ਨਾਲ ਪਾਲੀਏ, ਸੱਪ ਦੇ ਵਿੱਚੋਂ ਜ਼ਹਿਰ ਨਹੀਂ ਜਾਂਦਾ। ਸੱਪ ਨੂੰ ਦੁੱਧ ਪਿਆਓ, ਉਹਦੀ ਜ਼ਹਿਰ ਨਹੀਂ ਦੂਰ ਹੋਣੀ। ਤੁਮੇ ਨੂੰ ਦੁੱਧ ਦੇ ਨਾਲ ਪਾਲੀ ਜਾਓ, ਤੁਮੇ ਦੀ ਕੌੜਤਣ ਨਹੀਂ ਜਾਂਦੀ। ਮਨਮੁੱਖਾਂ ਨੂੰ ਭਾਵੇਂ ਉਹਨਾਂ ਦਾ ਜਿੰਨਾ ਮਰਜ਼ੀ ਭਲਾ ਕਰੀ ਜਾਓ, ਉਹਨਾਂ ਦੇ ਅੰਦਰ ਜੋ ਕੌੜਤਣ ਹੈ ਨਾ ਉਹ ਦੂਰ ਨਹੀਂ ਹੁੰਦੀ। ਸੱਪ ਵਰਗੇ ਹੁੰਦੇ ਨੇ ਮਨਮੁੱਖ, ਜਦੋਂ ਮੌਕਾ ਮਿਲਿਆ ਉਹਨਾਂ ਡੰਗ ਮਾਰ ਦੇਣਾ ਹੈ। ਤੁਮੇ ਵਰਗੇ ਕੌੜੇ ਹੁੰਦੇ ਨੇ ਮਨਮੁੱਖ, ਕੌੜੇ ਬੋਲ ਕਹਿ ਕੇ ਲੋਕਾਂ ਦੇ ਦਿਲ ਦਿਖਾਉਂਦੇ ਹੈ। ਕੌੜਤਨ ਹੈ ਤੁਮੇ ਵਰਗੀ, ਅਤੇ ਜ਼ਹਿਰ ਹੈ ਸੱਪ ਵਰਗਾ ਮਨਮੁੱਖਾਂ ਦੇ ਵਿੱਚ। ਜਿਉਂ ਥਣ ਚੰਬੜ ਚਿਚੁੜੀ, ਲੋਹੂ ਪੀਐ ਦੁੱਧ ਨਾ ਖਾਵੈ। ਅਗਲੀ ਉਦਾਹਰਣ ਭਾਈ ਗੁਰਦਾਸ ਜੀ ਨੇ ਦਿੱਤੀ, ਜਿਹੜੀ ਚਿਚੜੀ ਹੁੰਦੀ ਹੈ ਗਾਂ ਦੇ ਥਣਾਂ ਦੇ ਕੋਲ, ਕਹਿੰਦੇ ਚਿਚੜੀ ਜਿਹੜੀ ਹੈ ਨਾ ਉਹ ਚੰਬੜੀ ਹੋਈ ਲਹੂ ਪੀਂਦੀ ਹੈ।
ਉਹਨੂੰ ਦੁੱਧ ਦੀ ਸਾਰ ਹੀ ਨਹੀਂ, ਉਹ ਦੁੱਧ ਪੀਂਦੀ ਨਹੀਂ। ਜਿਉਂ ਥਣ ਚੰਬੜ ਚਿਚੜੀ, ਜਿਵੇਂ ਗਾਂ ਦੇ ਥਣਾਂ ਦੇ ਨਾਲ ਚਿਚੜੀ ਚੰਬੜੀ ਹੋਈ ਲਹੂ ਪੀਂਦੀ ਹੈ ਅਤੇ ਦੁੱਧ ਨਹੀਂ ਪੀਂਦੀ। ਇੱਥੇ ਖਾਵੇ ਤੋਂ ਭਾਵ ਪੀਣਾ, ਸੋ ਉਹਨੂੰ ਦੁੱਧ ਦੀ ਸਾਰ ਨਹੀਂ ਹੈ। ਇਸੇ ਤਰ੍ਹਾਂ ਜਿਹੜੇ ਮਨਮੁਖ ਲੋਕ ਨੇ ਨਾ, ਉਹ ਚਿਚੜੀ ਵਰਗੇ ਹੁੰਦੇ ਹੈ। ਕੋਲ ਰਹਿੰਦੇ ਹੋਏ ਵੀ ਗੁਣ ਨੂੰ ਗ੍ਰਹਿਣ ਨਹੀਂ ਕਰ ਸਕਦੇ। ਭਾਵੇਂ ਉਹ ਸਤ ਸੰਗਤ ਦੇ ਵਿੱਚ ਆਉਣ, ਇੱਥੇ ਵੀ ਲਹੂ ਹੀ ਪੀਣਗੇ ਲੋਕਾਂ ਦਾ ਸਤ ਸੰਗਤ ਵਿੱਚ ਆ ਕੇ ਵੀ। ਇੱਥੇ ਕੋਈ ਸ਼ਬਦ ਦਾ ਰਸ, ਗੁਰੂ ਕੇ ਸ਼ਬਦ ਨੂੰ ਕੰਨਾਂ ਵਿੱਚ ਨਹੀਂ ਪਾਉਂਦੇ। ਉਹ ਚਿਚੜੀ ਵਰਗੇ ਨੇ ਜਿਹੜੀ ਦੁੱਧ ਛੱਡ ਕੇ ਤੇ ਲਹੂ ਨੂੰ ਪੀਂਦੀ ਹੈ। ਸਭ ਅਵਗਣ ਮੈਂ ਤਨ ਵਸਨ, ਗੁਣ ਕੀਤੇ ਅਵਗਣ ਨੂੰ ਧਾਵੈ। ਭਾਈ ਗੁਰਦਾਸ ਜੀ ਉੱਤਮ ਬਖਤੇ ਰਾਹੀਂ ਸਾਨੂੰ ਇਹ ਸਿੱਖਿਆ ਦਿੰਦੇ ਹੈ। ਆਪਣੇ ਆਪ ਦੇ ਉੱਤੇ ਗੱਲ ਟੁਕਾ ਕੇ ਸਭ ਅਵਗੁਣ ਮੈਂ ਤਨ ਵਸਨ। ਭਾਈ ਸਾਹਿਬ ਜੀ ਫਰਮਾਉਂਦੇ ਹੈ ਵੀ ਸਾਰੇ ਔਗਣ ਮੇਰੇ ਸਰੀਰ ਵਿੱਚ ਵਸਦੇ ਹੈ, ਸਾਰੇ ਔਗਣ ਮੇਰੇ ਸਰੀਰ ਵਿੱਚ ਹਨ। ਗੁਣ ਕੀਤੇ, ਜੋ ਪ੍ਰਮਾਤਮਾ ਨੇ ਪਰਉਪਕਾਰ ਕੀਤੇ ਹੈ, ਔਗਣ ਨੂੰ ਧਾਵੈ, ਉਹਨਾਂ ਨੂੰ ਛੱਡ ਕੇ ਅਸੀਂ ਔਗਣਾਂ ਵੱਲ ਦੌੜਦੇ ਹਾਂ। ਰੱਬ ਦੇ ਕੀਤੇ ਹੋਏ ਪਰਉਪਕਾਰਾਂ ਨੂੰ ਚੇਤੇ ਨਹੀਂ ਕਰਦੇ, ਔਗਣਾਂ ਨੂੰ ਇਕੱਠਿਆਂ ਕਰਨ ਲਈ ਦੌੜ ਭੱਜ ਕਰਦੇ ਹਾਂ। ਥੋਮ ਨਾ ਵਾਸ ਕਥੂਰੀ ਆਵੈ, ਜਿਹੜਾ ਥੋਮ ਹੈ ਉਹਦੇ ਵਿੱਚੋਂ ਕਸਤੂਰੀ ਦੀ ਸੁਗੰਧੀ ਨਹੀਂ ਆਉਂਦੀ। ਥੋਮ ਜਿਹੜਾ ਲਸਣ ਹੁੰਦਾ ਹੈ, ਉਹਦੇ ਵਿੱਚੋਂ ਕਸਤੂਰੀ ਦੀ ਸੁਗੰਧੀ ਨਹੀਂ ਆਉਂਦੀ। ਕਹਿੰਦੇ ਇਸੇ ਤਰ੍ਹਾਂ ਹੀ ਸਾਡਾ ਹਾਲ ਹੈ। ਔਗਣ ਜੇ ਹੋਣਗੇ ਹਿਰਦੇ ਦੇ ਵਿੱਚ ਤਾਂ ਉੱਥੋਂ ਭਗਤੀ ਦੀ ਸੁਗੰਧੀ ਕਦੇ ਨਹੀਂ ਆ ਸਕਦੀ। ਸੋ ਬਾਬਾ ਕਬੀਰ ਜੀ ਨੇ ਵੀ ਸਲੋਕਾਂ ਵਿੱਚ ਦ੍ਰਿਸ਼ਟਾਂਤ ਦਿੱਤਾ ਹੈ ਵੀ ਭਾਵੇਂ ਕੋਈ ਨੁੱਕਰ ਵਿੱਚ ਇੱਕ ਕਿਨਾਰੇ ਇੱਕ ਕੋਨੇ ਬਹਿ ਕੇ ਲਸਣ ਖਾਵੇ ਤਾਂ ਉਹਦੀ ਸਮੈਲ ਆ ਹੀ ਜਾਂਦੀ ਹੈ। ਮਨਮੁਖ ਜਿਹੜੇ ਨੇ ਨਾ, ਉਹ ਇਸ ਤਰ੍ਹਾਂ ਦੇ ਹੁੰਦੇ ਹੈ, ਉਹਨਾਂ ਦੇ ਵਿੱਚੋਂ ਭਗਤੀ ਦੀ ਜਿਹੜੀ ਹੈ ਸੁਗੰਧੀ ਹੈ ਉਹ ਨਹੀਂ ਆਉਂਦੀ। ਉਹਨਾਂ ਦੇ ਵਿੱਚੋਂ ਤਾਂ ਔਗਣਾਂ ਦੀ ਦੁਰਗੰਧੀ ਹੀ ਆਉਂਦੀ ਹੈ, ਹੰਕਾਰ ਦੀ ਬਦਬੂ ਆਉਂਦੀ ਹੈ। ਐਸੇ ਮਨਮੁਖ ਲੋਕ ਹੁੰਦੇ ਹੈ। ਸੋ ਭਾਈ ਗੁਰਦਾਸ ਜੀ ਨੇ ਰਹਿਮਤ ਕਰਕੇ ਵਾਰਾਂ ਦੇ ਵਿੱਚ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕੀਤੀ ਹੈ। ਗੁਣਾਂ ਨੂੰ ਧਾਰਨ ਕਰੀਏ, ਔਗਣਾਂ ਨੂੰ ਛੱਡ ਦੇਣਾ ਕਰੀਏ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਸਭ ਅਵਗੁਣ ਮੈਂ ਤਨ ਵਸਨ, ਗੁਣ ਕੀਤੇ ਅਵਗੁਣ ਨੂੰ ਧਾਵੈ। ਥੋਮ ਨ ਵਾਸ ਕਥੂਰੀ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।